ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨੋ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਅਗਲੇ ਦਿਨ ਸ਼੍ਰੀ ਸਤਿਗੁਰੂ ਬੈਠੇ ਸੰਗਤ ਬੀਚ। ਕਰਤ ਕ੍ਰਿਤਾਰਥ ਸੇਵਕਾਨਾ ਦਰਸਤ ਊਚ ਨੀਚ। ਅਗਲੇ ਦਿਨ ਸ਼੍ਰੀ ਸਤਿਗੁਰੂ ਬੈਠੇ ਸੰਗਤ ਬੀਚ। ਕਰਤ ਕ੍ਰਿਤਾਰਥ ਸੇਵਕਾਨਾ ਦਰਸਤ ਊਚ ਨੀਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਅਤੇ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਦੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਕੀਰਤ ਸੋਭਾ ਜਸ ਵਡਿਆਈ ਸ਼ਰਵਣ ਕਰਨੇ ਦਾ ਆਪਾਂ ਸਭ ਸੰਗਤਾਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪਿਛਲੇ ਸਮੇਂ ਤੋਂ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਨਿਤਾ ਪ੍ਰਤੀ ਸੰਧਿਆ ਦੇ ਸਜੇ ਦੀਵਾਨ ਅੰਦਰ ਆਪ ਗੁਰਮੁਖ ਪਿਆਰੇ ਕਥਾ ਸ਼ਰਵਣ ਕਰਨ ਦੇ ਪ੍ਰੇਮੀ ਜਨ ਹਾਜ਼ਰੀਆਂ ਭਰ ਕਰਕੇ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਸ਼ਰਵਣ ਕਰ ਰਹੇ ਹੋ। ਆਪਣਿਆਂ ਨੇਤਰਾਂ ਨੂੰ, ਸਮੁੱਚੇ ਸਰੀਰ ਨੂੰ, ਕੰਨਾਂ ਨੂੰ, ਮਨੁੱਖਾ ਜੂਨੀ ਨੂੰ ਸਫਲਿਆਂ ਬਣਾ ਰਹੇ ਹੋ। ਜਥਾ ਪ੍ਰਸੰਗ ਖਾਲਸਾ ਜੀ ਪਿਛਲੇ ਦੀਵਾਨ ਅੰਦਰ ਆਪਾਂ ਰਲ ਮਿਲ ਕਰਕੇ ਵਿਚਾਰਿਆ ਹੈ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਦੀ ਹਜ਼ੂਰੀ ਅੰਦਰ ਖਡੂਰ ਸਾਹਿਬ 84 ਵਰ੍ਹਿਆਂ ਦੇ ਬਜ਼ੁਰਗ ਰਹਿੰਦੇ ਹੈ, ਜਿਨ੍ਹਾਂ ਦਾ ਨਾਮ ਧੰਨ 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 ਸ੍ਰੀ ਬਾਬਾ ਅਮਰਦਾਸ ਜੀ ਹੈ। ਸੇਵਕ ਸਿੱਖ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰ ਘਰ ਵਿੱਚ ਬੜੇ ਹਨ, ਪਰ ਇੱਕ ਇਹੋ ਜਿਹੇ ਸਿੱਖ ਵੈ ਜਦੋਂ ਦੇ ਆਏ ਵੈ ਮੁੜ ਘਰੇ ਨਾ ਗਏ। 12 ਵਰ੍ਹੇ ਲਗਾਤਾਰ ਨਿਰੰਤਰ ਸੇਵਾ ਕੀਤੀ ਤੇ ਮਿਲਦਾ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ 1 ਵਰ੍ਹੇ ਬਾਅਦ ਇੱਕ ਸਿਰੋਂ ਪਾਓ ਦਿੰਦੇ ਹਨ, ਉਹਨੂੰ ਸਿਰ ਉੱਪਰ ਸਜਾ ਲੈਂਦੇ ਹੈ ਬਾਬਾ ਅਮਰਦਾਸ ਜੀ। ਦੂਸਰੇ ਵਰ੍ਹੇ ਬਾਅਦ 2 ਸੇਵਾ ਕਰਦਿਆਂ ਕਰਦਿਆਂ ਪਤਾ ਨਾ ਲੱਗਿਆ ਤੇ 12 ਵਰ੍ਹੇ ਬੀਤ ਗਏ। ਹੱਥ ਪੈਰਾਂ ਦਾ ਮਾਸ ਜਿਹੜਾ ਵਾ ਪਾਣੀ ਢੋ ਢੋ ਕੇ ਗੁਰੂ ਘਰ ਦਾ ਮਾਸ ਹੱਥ ਪੈਰ ਪਾਣੀ ਨਾਲ ਗਲਣ ਲੱਗੇ ਹੈ, ਮਾਸ ਚੜਨ ਲੱਗਾ ਹੈ ਤੇ 72 ਵਰ੍ਹਿਆਂ ਦੀ ਉਮਰ ਦੇ ਕਰੀਬ ਆਏ ਤੇ ਹੁਣ ਵੇਖੋ 84 ਸਾਲ ਉਮਰ ਹੋ ਗਈ ਹੈ। ਜੇ ਕੋਈ ਆਣ ਕਹਿੰਦਾ ਕਿ ਘਰੇ ਬੱਚੇ ਤੁਹਾਡਾ ਪਰਿਵਾਰ ਹੈ, ਜਾ ਕੇ ਉਹਨਾਂ ਦੀ ਸੁੱਖ ਸਾਰ ਖਬਰ ਲਓ ਤੇ ਅੱਗੋਂ ਜਵਾਬ ਸ੍ਰੀ ਬਾਬਾ ਅਮਰਦਾਸ ਜੀ ਦਾ ਇਹ ਹੁੰਦਾ ਕਿ ਸਾਡੇ ਪਿਤਾ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਹਨ, ਸਾਡੇ ਮਾਤਾ ਜੀ ਵੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਭਾਈ ਬੰਧਪ ਸਖਾ ਸੰਬੰਧੀ ਰਿਸ਼ਤੇਦਾਰ ਸਾਰੇ ਦਾ ਸਾਰਾ ਕੁਝ ਹੀ ਸਾਡਾ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਹਨ। ਇਸੇ ਤਰ੍ਹਾਂ ਇੰਨੀ ਸੇਵਾ ਕੀਤੀ ਜਿਹੜੇ ਤਾਂ ਕੋਈ ਗੁਰਮੁਖ ਪਿਆਰੇ ਗੁਰਮਤਿ ਤੋਂ ਜਾਣੂ, ਸਿੱਖੀ ਤੋਂ, ਸੇਵਾ ਤੋਂ, ਸਿਮਰਨ ਤੋਂ ਜਾਣੂ ਹਨ, ਉਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਦੇ ਹੈ। ਕਹਿੰਦੇ ਭਾਈ ਵੇਖੋ ਕਿੰਨਾ ਬੁੱਢਾ ਸਰੀਰ ਹੈ, ਇੰਨੇ ਵਰ੍ਹਿਆਂ ਤੋਂ ਪਾਣੀ ਢੋ ਰਹੇ ਆ, ਸੇਵਾ ਕੀਤੀ ਆ ਤੇ ਸ੍ਰੀ ਅਮਰਦਾਸ ਜੀਆਂ ਵਰਗੀ ਹੋਰ ਨਾ ਕਿਸੇ ਕੀਤੀ। ਬਹੁਤ ਭਾਰੀ ਇਹਨਾਂ ਦੀ ਸੇਵਾ ਹੈ, ਉਹ ਸਤਿਕਾਰ ਕਰਦੇ ਆ। ਇੱਕ ਇਹਦੇ ਉਲਟ ਹੁੰਦੇ ਆ, ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਵੀ ਨਾਨਕ ਪ੍ਰਕਾਸ਼ ਅੰਦਰ ਆਪ ਜੀਆਂ ਕਥਾ ਯਾਦ ਹੋਵੇ ਸ਼ਾਇਦ, ਉਹ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਕਿ ਮਰਦਾਨੇ ਨਾ ਸੰਸਾਰ ਦੇ ਲੋਕਾਂ ਦਾ ਕੀ ਕਰੀਏ, ਕਿ ਕਿਵੇਂ ਝੱਟ ਲੰਘਾਈਏ, ਇੱਥੇ ਵੀ ਖਹਿੜਾ ਨਹੀਂ ਛੱਡਦੇ ਨਾ ਅੱਗੇ ਛੱਡਦੇ ਆ, ਪਰਲੋਕ ਤੀਕਰ ਨਾਲ ਜਾਂਦੇ। ਕਹਿੰਦੇ ਜੇ ਇੱਕ ਥਾਂ ਤੇ ਬਹਿ ਜਾਈਏ ਫਿਰ ਕਹਿੰਦੇ 70 ਵਿਚਾਈ ਇੱਕੇ ਥਾਂ ਤੇ ਬੈਠਾ ਹੈ, ਚਾਹੇ ਕੋਈ ਸਾਧੂ ਪੁਰਸ਼ ਹੋਵੇ। ਜੇ
ਉਹ ਵਿਚਾਰਾ ਆਖੇ ਚਲੋ ਇੱਥੇ ਤੰਗ ਕਰਦਾ, ਕੋਈ ਅੱਗੇ ਚਲੇ ਜਾਈਏ। ਕਹਿੰਦੇ ਫਿਰ ਸਾਡੇ ਸਿਰ ਵਿੱਚ ਸਵਾਹ ਪਾਉਂਦਾ। ਲੋਕ ਆਖਣਗੇ ਵੀ ਫਲਾਣੇ ਪਿੰਡ ਵਾਲਿਆਂ ਨੂੰ ਰੋਟੀ ਨਹੀਂ ਦਿੱਤੀ, ਇਹ ਸਾਧ ਇੱਥੋਂ ਉੱਠ ਕੇ ਹੋਰ ਪਿੰਡ ਚਲਾ ਗਿਆ ਹੈ, ਸਾਡੀ ਬਦਨਾਮੀ ਕਰਾਉਂਦਾ ਹੈ। ਫਿਰ ਐਂ ਕਹਿੰਦੇ ਜੇ ਚਲਾ ਜਾਵੇ, ਜੇ ਇੱਕ ਥਾਂ ਤੇ ਬੈਠਾ ਰਵੇ ਫਿਰ ਕਹਿੰਦੇ ਸਾਡੇ ਪਿੰਡ ਵਿੱਚ ਡੇਰਾ ਲਾਈ ਬੈਠਾ ਹੈ। ਤੋ ਇਸੇ ਤਰ੍ਹਾਂ ਜੇਕਰ ਕਹਿੰਦੇ ਆਦਰ ਸਤਿਕਾਰ ਨਾਲ ਨਿਮਰਤਾ ਵਿੱਚ ਰਹਿ ਕੇ ਝੁਕੀਏ, ਫਿਰ ਕਹਿੰਦੇ ਵੇਖ ਸਾਥੋਂ ਡਰਦਾ ਹੈ ਤਾਂ ਸਾਡੇ ਗੋਡੀ ਹੱਥ ਲਾਉਂਦਾ। ਜੇ ਕਹਿੰਦੇ ਅੱਗੋਂ ਹਾਜ਼ਰ ਜਵਾਬ ਹੋ ਜਾਈਏ ਤੇ ਫਿਰ ਕਹਿੰਦੇ ਹਨ ਕਿ ਆਕੜਿਆ ਹੈ। ਸੰਸਾਰ ਤੇ ਮੂਰਖ ਲੋਕਾਂ ਤੋਂ ਕਿੱਥੇ ਸਮਾਂ ਲੰਘਾਈਏ। ਇਹੋ ਜਿਹੇ ਹਨ ਕੁਝ ਤਾਂ ਜਿਹੜੇ ਗੁਣੀ ਗਿਆਨੀ ਹਨ, ਜਾਣਦੇ ਆ ਗੁਰੂ ਕੀ ਸੇਵਾ ਦੀ ਮਹਿਮਾ। ਉਹ ਤਾਂ ਕਹਿੰਦੇ ਆ ਸ਼੍ਰੀ ਅਮਰਦਾਸ ਜੀ ਦੀ ਸੇਵਾ ਭਾਈ ਬੜੀ ਮਹਾਨ ਹੈ। ਜਿਹੜੇ ਮੂਰਖ ਲੋਕ ਹਨ, ਹੁਜਤਾਂ ਕਰਨ ਵਾਲੇ, ਉਹ ਕਹਿੰਦੇ ਆ ਕਿ ਇਹ ਬਜ਼ੁਰਗ ਨੂੰ ਘਰੋਂ ਰੋਟੀ ਜੁੜਦੀ ਨਹੀਂ, ਘਰੋਂ ਕੱਢੇ ਹੋਏ ਆ, ਤਾਂ ਹੀ 84 ਵਰ੍ਹਿਆਂ ਦੀ ਉਮਰ ਦੇ ਵਿੱਚ ਇੱਥੇ ਖਡੂਰ ਸਾਹਿਬ ਆਏ ਹੋਏ ਆ। ਗੁਰੂ ਘਰੋਂ ਰੋਟੀਆਂ ਤੋੜ ਛੱਡਦੇ ਆ ਤੇ ਇੱਥੇ ਪਏ ਰਹਿੰਦੇ ਆ, ਬੋਲਦੇ ਤਾਂ ਨਹੀਂ ਅੱਗੋਂ ਕਿ ਕਿਤੇ ਸਾਨੂੰ ਕੋਈ ਕੱਢ ਨਾ ਦੇਵੇ। ਇਹੋ ਜਿਹੀਆਂ ਹੁਜਤਾਂ ਕਰਦੇ ਆ। ਧੰਨ ਸ਼੍ਰੀ ਅਮਰਦਾਸ ਜੀਆਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ, ਸਮਬਿਰਤੀ ਹੈ, ਉਸਤਤੀ ਵਿੱਚ ਖੁਸ਼ ਨਹੀਂ, ਔਰ ਨਿੰਦਾ ਦੇ ਵਿੱਚ ਨਿੰਮੋ ਚੂਣੇ ਨਹੀਂ ਹੁੰਦੇ। 12 ਵਰ੍ਹੇ ਬਤੀਤੇ ਜਾਣ ਤੇ ਇੱਕ ਦਿਨ ਪੋਹ ਮਾਘ ਦੀ ਸਰਦ ਰੁੱਤ ਚੱਲ ਰਹੀ ਹੈ। ਛੋਟੀ ਛੋਟੀ ਕਣੀ ਦਾ ਮੀਂਹ ਪੈਂਦਾ, ਸਾਰੇ ਪਾਸੇ ਬੜਾ ਭਾਰੀ ਚਿੱਕੜ ਹੈ। ਸ਼੍ਰੀ ਅਮਰਦਾਸ ਜੀ ਉੱਠੇ, ਵੇਖਿਆ ਵੀ ਇੱਕ ਪਹਿਰ ਰਾਤ ਰਹਿਣ ਵਾਲੀ ਹੈ ਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਇਸ਼ਨਾਨ ਦਾ ਸਮਾਂ ਹੋ ਚੱਲਿਆ ਤੇ ਜਲ ਲਿਆਉਣ ਤੋਂ ਦੇਰੀ ਨਾ ਹੋ ਜਾਵੇ। ਲੋਕ ਨੌਜਵਾਨ ਵੀ ਜੇ ਇਸ ਠੰਡੀ ਰੁੱਤੇ ਰਜਾਈਆਂ ਵਿੱਚ ਪਏ ਹੈ, ਕੋਈ ਅੱਗ ਬਾਲਦਾ ਹੈ। ਉਸ ਠੰਡੀ ਰਾਤ 84 ਵਰ੍ਹਿਆਂ ਦੇ ਬਜ਼ੁਰਗ ਸ਼੍ਰੀ ਬਾਬਾ ਅਮਰਦਾਸ ਜੀ ਘੜਾ ਚੁੱਕੀ ਬਿਆਸ ਤੋਂ ਜਲ ਲੈਣ ਜਾ ਰਹੇ। ਪਰ ਘੜਾ ਭਰਿਆ ਜਲ ਦਾ, ਜਦ ਵਾਪਸ ਮੁੜੇ ਹਨੇਰੇ ਕਾਰਨ ਥੋੜਾ ਰਾਹ ਭਟਕੇ ਤੇ ਜੁਲਾਇਆ ਰਹਿੰਦਾ ਸੀ ਇੱਥੇ ਰਸਤੇ ਵਿੱਚ ਹੀ, ਖਡੂਰ ਸਾਹਿਬ ਤੋਂ ਬਿਆਸ ਦੇ ਰਾਹ ਵਿੱਚ ਰਸਤਾ ਭਟਕ ਜੁਲਾਹੇ ਦੇ ਘਰ ਵਾਲੇ ਪਾਸੇ ਨੂੰ ਥੋੜਾ ਆ ਗਏ। ਜਿੱਥੇ ਜੁਲਾਹੇ ਖੱਡੀ ਬੁਣਦੇ ਆ, ਕੱਪੜਾ ਬੁਣਦੇ ਹਨ, ਉੱਥੇ ਵੱਡਾ ਸਾਰਾ ਖੁੰਡ ਗੱਡਿਆ ਹੋਇਆ ਸੀ। ਉਹ ਖੁੰਡ ਦੇ ਨਾਲ ਬਾਬਾ ਅਮਰਦਾਸ ਜੀਆਂ ਦਾ ਪੈਰ ਅੜਿਆ। ਜਦੇ ਪੈਰ ਅੜਿਆ, ਘੜਾ ਡਿੱਗਣੋਂ ਬਚਾਉਂਦੇ ਬਚਾਉਂਦੇ ਆਪ ਉਖਲੀ ਵਿੱਚ ਜਾ ਡਿੱਗੇ ਜਿੱਥੇ ਖੱਡੀ ਬੁਣੀ ਜਾਂਦੀ ਹੈ। ਜੁਲਾਹੇ ਨੇ ਖੜਾਕ ਸੁਣ ਕੇ ਆਵਾਜ਼ ਦਿੱਤੀ, ਕਿਹੜਾ ਭਾਈ? ਅੱਧੀ ਰਾਤ ਕੌਣ ਹੈ? ਸਾਡੇ ਘਰ ਚੋਰ ਹੈ ਕਿ ਇੱਥੋਂ ਖਡੂਰ ਸਾਹਿਬ ਨਗਰ ਦਾ ਹੀ ਕੋਈ ਹੈ? ਇਹ ਬੋਲੇ ਆ ਸ਼੍ਰੀ ਅਮਰਦਾਸ ਜੀ, ਮੈਂ ਹਾਂ ਜੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਸੇਵਾਦਾਰ। ਆਪਦਾ ਨਾਮ ਹੀ ਨਾ ਲਿਆ। ਤੇ ਆਂਦੇ ਇਸ ਵੇਲੇ ਕੌਣ ਸੇਵਾ ਕਰਦਾ? ਇੰਨੀ ਠੰਡ ਰੁੱਤ ਹੈ, ਰਾਤ ਦਾ ਟਾਈਮ ਹੈ ਤੇ ਨਾਲ ਨਾਲ ਹੀ ਜਿਹੜਾ ਵਾ ਉਹ ਕਣੀਆਂ ਪੈ ਰਹੀਆਂ ਹਨ। ਇਹੋ ਜਿਹੀ ਠੰਡ ਵਿੱਚ ਵੀ ਕੋਈ ਸੇਵਾ ਕਰਦਾ? ਇਹਨੇ ਨੂੰ ਉਹ ਨਾਲ ਸੁੱਤੀ ਪਾਸ ਜਲਾਈ ਉੱਠੀ ਤੇ ਜਲਾਹੀ ਕਹਿੰਦੀ ਕਿ ਕੌਣ ਹੋਣਾ ਅੱਧੀ ਰਾਤ? ਉਹੀ ਹੈ ਅਮਰੂ ਨਿਥਾਵਾਂ, ਇਹਨੂੰ ਰਾਤ ਨੂੰ ਵੀ ਚੈਨ ਨਹੀਂ। ਕੜਾ ਚੁੱਕ ਕੇ ਕਦੇ ਇੱਧਰ ਨੂੰ ਦੌੜ ਜਾਂਦਾ ਹੈ, ਕਦੇ ਇੱਧਰ ਨੂੰ ਦੌੜ ਜਾਂਦਾ ਹੈ। ਇਹੋ ਜਿਹੇ ਬਚਨ ਸੁਣੇ ਤੇ ਮਹਾਰਾਜ ਦੇ ਮੁੱਖੋਂ ਸੁਤੇ ਹੀ ਨਿਕਲ ਗਿਆ ਸ਼੍ਰੀ ਅਮਰਦਾਸ ਜੀ ਦੇ ਕਹੇ ਚੱਲੀ, ਹੁਣ ਨਾ ਨਿਥਾਵਾਂ ਆਖ, ਹੁਣ ਦਾ ਅਸੀਂ ਥਾਂ ਵਾਲੇ ਹਾਂ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਦਰ ਕਰ ਹੀ ਸਾਡੀ ਥਾਂ ਹੈ, ਹੁਣ ਅਸੀਂ ਨਿਥਾਵੇਂ ਨਹੀਂ। ਇਹੋ ਜਿਹੇ ਬਚਨ ਕਹਿ ਕੇ ਆਪ ਤਾਂ ਸ਼੍ਰੀ ਅਮਰਦਾਸ ਜੀ ਜਦੋਂ ਆਏ ਖਡੂਰ ਸਾਹਿਬ ਤੇ ਮਹਾਰਾਜ ਉੱਥੇ ਚੌਂਕੀ ਉੱਪਰ ਹੀ ਖੜੇ ਸੀ ਜਿੱਥੇ ਇਸ਼ਨਾਨ ਕਰੀਦਾ ਗੁਰੂ ਅੰਗਦ ਪਾਤਸ਼ਾਹ ਜੀ। ਤੇ ਮਹਾਰਾਜ ਨੇ ਪੁੱਛਿਆ ਤਰੀਕੇ ਨਾਲ ਕਿ ਦੇਰੀ ਹੋ ਗਈ ਹੈ, ਕੀ ਗੱਲ ਬਣੀ?
ਉੱਥੇ ਦੱਸਿਆ ਨਾ ਕੁਝ ਵੀ ਮਹਾਰਾਜ ਜੁਲਾਈ ਐਂ ਬੋਲੀ ਜਾਂ ਅਸੀਂ ਡਿੱਗ ਪਏ ਐਸਾ ਵੈਸਾ ਹਮਦਰਦੀ ਲੈਣ ਮਾਰੇ। ਔਰ ਮਹਾਰਾਜ ਨੂੰ ਇਸ਼ਨਾਨ ਕਰਵਾਇਆ, ਸ਼ੌਚ ਕਰਿਆ, ਹੱਥ ਮੰਜਵਾਏ। ਇਸ਼ਨਾਨ ਕਰਵਾਉਣ ਤੋਂ ਬਾਅਦ ਜਦ ਅੰਮ੍ਰਿਤ ਵੇਲਾ ਹੋਇਆ, ਇਧਰ ਜੁਲਾਈ ਸਤਿਗੁਰਾਂ ਦੇ ਜਾਂ ਸ਼੍ਰੀ ਅਮਰਦਾਸ ਜੀ ਦੇ ਬਚਨ ਕਰਨ ਦੇ ਸਾਰ ਹੀ ਝੱਲੀ ਹੋ ਗਈ। ਆਪਦੇ ਸਰੀਰ ਤੇ ਦੰਦ ਵੱਡੇ, ਕਦੇ ਜੁਲਾਹੇ ਨੂੰ ਵੱਢਣ ਪਵੇ, ਲੀੜੇ ਕੱਪੜੇ ਪਾੜੀ ਜਾਵੇ, ਸਿਰ ਦੇ ਵਾਲ ਪੁੱਟ ਪੁੱਟ ਸੁੱਟੇ। ਤੇ ਸ਼੍ਰੀ ਅੰਗਦ ਦੇਵ ਜੀ ਮਹਾਰਾਜ ਜਾਣ ਗਏ ਵੀ ਕੀ ਪਾਣਾ ਵਾਪਰਿਆ। ਮਹਾਰਾਜ ਨੇ ਜੁਲਾਹੇ ਨੂੰ ਸੱਦਿਆ। ਜਦੋਂ ਬੁਲਾਇਆ ਜੁਲਾਹੇ ਨੂੰ, ਜੁਲਾਹੀ ਵੀ ਨਾਲ ਆਈ। ਮਹਾਰਾਜ ਦੇ ਦਰਸ਼ਨ ਕਰਕੇ ਜੁਲਾਹੀ ਤਾਂ ਵੈਸੇ ਉੱਥੇ ਹੀ 9/9 ਦਰੁਸਤ ਹੋ ਗਈ। ਬਾਅਦ ਵਿੱਚ ਮਹਾਰਾਜ ਨੇ ਜੁਲਾਹੇ ਨੂੰ ਪੁੱਛਿਆ ਕਿ ਭਈ ਕੀ ਵਾਪਰਿਆ ਰਾਤ। ਦੱਸਿਆ, ਮਹਾਰਾਜ ਤੁਹਾਡੇ ਸੇਵਕ ਜਿਹੜੇ ਅਮਰਦਾਸ ਜੀ ਉਧਰ ਆਏ, ਕਿਤੇ ਡਿੱਗੇ, ਖੜਾਕ ਹੋਇਆ। ਮੈਂ ਪੁੱਛਿਆ ਕੌਣ ਹੈ? ਇਹਨਾਂ ਜੋ ਦੱਸਿਆ ਮੇਰੀ ਘਰ ਵਾਲੀ ਜੁਲਾਹੀ ਨੇ ਪੱਦੀ ਸ਼ਬਦਾਵਲੀ ਵਰਤੀ ਸੀ, ਨੇ ਥਾਵਾਂ ਆਖ ਦਿੱਤਾ। ਕਿਤੇ ਇਹਨਾਂ ਨੇ ਕਿਤੇ ਕਿਹਾ ਵੀ ਚੱਲੀਏ, ਹੁਣ ਅਸੀਂ ਥਾਂ ਵਾਲੇ ਹਾਂ। ਬਚਨ ਕਹਿਣ ਦੀ ਦੇਰ ਸੀ, ਇਹ ਚੱਲੀ ਹੋ ਗਈ। ਹੁਣ ਤੁਹਾਡੇ ਦਰਸ਼ਨ ਕਰਕੇ ਠੀਕ ਹੋਈ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਵਰਦਾਨਾ ਦੀ ਖਾਲਸਾ ਜੀ ਝੜੀ ਲਾਈ। ਆਖਿਆ ਸੱਚਮੁੱਚ ਹੀ ਭਾਈ ਇਹ ਆਪ ਨਿਥਾਵੇ ਨਹੀਂ, ਥਾਂ ਵਾਲੇ ਹਨ, ਪਰ ਨਾਲ ਹੀ ਨਿਥਾਵਿਆਂ ਦੇ ਥਾਵ ਹਨ। ਨਿਉਟਿਆਂ ਦੀ ਓਟ, ਨਿਧੀਰਿਆਂ ਦੇ ਧਿਰ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਆਸਰਿਆਂ ਦੇ ਆਸਰੇ, ਘੜ ਭੰਨਣ ਸਮਰੱਥ ਸਭ ਜੀਵ ਕਾ ਤੁਧ ਹੱਥ। ਇਹੋ ਜਿਹੇ ਮਹਾਨ 12 ਵਰਦਾਨ ਜਿਹੜੇ ਵਾ ਗੁਰੂ ਅਮਰਦਾਸ ਮਹਾਰਾਜ ਨੂੰ ਦਿੱਤੇ। ਔਰ ਸਣ ਕੇ ਸੀ ਆਪ ਇਸ਼ਨਾਨ ਕਰਵਾਇਆ ਧੰਨ ਬਾਬਾ ਅਮਰਦਾਸ ਜੀ ਦਾ। ਤੇ ਸਾਰੀ ਸੰਗਤ ਵਿੱਚ ਸੁਣਾ ਕੇ ਕਹਿ ਦਿੱਤਾ ਕਿ ਸਾਥੋਂ ਬਾਅਦ ਗੁਰਤਾ ਸਿੰਘਾਸਣ ਤੇ ਸ਼੍ਰੀ ਅਮਰਦਾਸ ਜੀ ਵਿਰਾਜਮਾਨ ਹੋਣਗੇ। ਸਾਡੇ ਵਿੱਚ ਤੇ ਇਹਨਾਂ ਵਿੱਚ ਭਾਈ ਰਾਈ ਮਾਤਰ ਵੀ ਭੇਦ ਨਾ ਜਾਣਿਆ ਜਾਵੇ। ਸਰੀਰ ਦੋ ਹਨ ਪਰ ਜੋਤ ਤੇ ਜੁਗਤ ਸਾਡੀ ਇੱਕੋ ਹੀ ਹੈ। ਤੇ ਅਮਰਦਾਸ ਜੀ ਨੂੰ ਕਹਿੰਦੇ ਤੁਹਾਡੇ ਸਰੀਰ ਵਿੱਚ ਹੁਣ ਇਹ ਜੋਤ ਰੱਖ ਕੇ ਅਸੀਂ ਬੜੇ ਵੱਡੇ ਵੱਡੇ ਕਾਰਜ ਕਰਨੇ ਹਨ। ਭਾਵ ਅਸੀਂ ਤੀਸਰਾ ਜਾਮਾ ਧਾਰਾਂਗੇ ਤੇ ਬੜੇ ਵੱਡੇ ਵੱਡੇ ਅਸੀਂ ਕਾਰਜ ਕਰਾਂਗੇ। ਫਿਰ ਇਹ ਵੀ ਨਾਲ ਆਖਿਆ ਤੁਸੀਂ ਇੱਥੇ ਨਾ ਰਹੋ, ਤੁਸੀਂ ਹੁਣ ਇੱਥੋਂ ਖਡੂਰ ਸਾਹਿਬ ਤੋਂ ਕੋਈ ਆਪਦਾ ਹੋਰ ਥਾਂ ਲੱਭੋ, ਉੱਥੇ ਪਰਿਵਾਰ ਵਸਾਓ। ਤੁਹਾਡੇ 2 ਪੁੱਤਰੀਆਂ 2 ਪੁੱਤਰ ਹਨ, ਜਿਸ ਤਰ੍ਹਾਂ ਦੱਸੇ ਅਨੁਸਾਰ। ਇਹ ਥਾਂ ਤੇ ਦਾਸੂ ਤੇ ਦਾਤੂ ਸਾਡੇ ਪੁੱਤਰ ਰਹਿਣਗੇ। ਜੇ ਤੁਸੀਂ ਇੱਥੇ ਰਹੇ ਤੁਹਾਡਾ ਪ੍ਰਤਾਪ ਬਹੁਤ ਹੋਣਾ ਤੇ ਸਾਡੇ ਪੁੱਤਰਾਂ ਤੋਂ ਸਹਾਰਿਆ ਨਹੀਂ ਜਾਣਾ, ਉਹਨਾਂ ਦੀ ਮੱਤ ਥੋੜ੍ਹੀ ਹੈ। ਇਸ ਕਰਕੇ ਝਗੜਾ ਵਧੇਗਾ, ਐਵੇਂ ਕਲੇਸ਼ ਪਵੇਗਾ, ਤੁਸੀਂ ਇੱਥੋਂ ਚਲੇ ਜਾਣਾ, ਕੋਈ ਹੋਰ ਥਾਂ ਵਸਾ ਲਓ। ਇਹ ਪ੍ਰਸੰਗ ਖਾਲਸਾ ਜੀ ਆਪ ਸਭ ਸੰਗਤਾਂ ਨੇ ਪਿੱਛੇ ਸਰਵਣ ਕੀਤਾ ਦੀਵਾਨ ਅੰਦਰ। ਜਥਾ ਪ੍ਰਸੰਗ ਅੱਗੇ ਫਿਰ ਗੋਇੰਦਵਾਲ ਸ਼ਹਿਰ ਕਿਵੇਂ ਵਸਿਆ ਹੈ। ਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਗੋਂਦੇ ਖੱਤਰੀ ਦੇ ਨਾਲ ਖਡੂਰ ਸਾਹਿਬ ਤੋਂ ਗੋਇੰਦਵਾਲ ਚਲੇ ਗਏ ਸੀ। ਉੱਥੇ ਫਿਰ ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਗੋਇੰਦਵਾਲ ਸਾਹਿਬ ਸ਼ਹਿਰ ਵਸਾਇਆ ਹੈ, ਉਹ ਸਾਰਾ ਪ੍ਰਸੰਗ ਅੱਗੇ ਆ ਰਿਹਾ ਹੈ। ਮਨ ਚਿਤ ਬਿਰਤੀਆਂ ਕਾਗਰ ਕਰੋ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਸਤਿਗੁਰਾਂ ਨੂੰ ਹਿਰਦੇ ਵਿੱਚ ਵਸਾਈਏ। ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਗਲੇ ਦਿਨ ਸ਼੍ਰੀ ਸਤਿਗੁਰੂ। ਤੋ ਇਸੇ ਪ੍ਰਕਾਰ ਅਗਲਾ ਦਿਨ ਜਦ ਚੜ੍ਹਿਆ ਹੈ, ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਬੈਠੇ ਸੰਗਤ ਬੀਚ। ਜਿੱਥੇ ਸਾਰੀ ਸੰਗਤ ਸਜ ਬੈਠੀ ਵੈ ਵਿਚਕਾਰ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਸਜੇ ਹੋਏ ਹਨ। ਕਰਤ ਕ੍ਰਿਤਾਰਥ ਸੇਵਕਨ। ਜਿਹੜੇ ਆਪਦੇ ਸਿੱਖ ਸੇਵਕ ਸੰਗਤਾਂ ਦਰਸ਼ਨਾਂ ਵਾਸਤੇ ਆਈਆਂ, ਉਹਨਾਂ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਕਿਰਤਾਰਥ ਕਰ ਰਹੇ, ਨਿਹਾਲ ਕਰ ਰਹੇ ਹਨ। ਦਰਸਤ ਊਚ ਰੋ ਨੀਚ। ਸਭ ਜੀਵ ਦਰਸ਼ਨ ਕਰ ਰਹੇ, ਕੋਈ ਊਚ ਕਰਮਾਂ ਵਾਲਾ ਚਾਹੇ ਕੋਈ ਨੀਚ ਕਰਮਾਂ ਵਾਲਾ, ਸਾਰੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ। ਚਾਪਈ
ਇੱਕ ਗੋਂਦਾ ਖੱਤਰੀ ਤਹ ਆਇਓ। ਇਹਨੇ ਨੂੰ ਇੱਕ ਗੋਂਦਾ ਨਾਮ ਦਾ ਖੱਤਰੀ ਜਿਹੜਾ ਵਾ ਇੱਥੇ ਆਇਆ ਖਡੂਰ ਸਾਹਿਬ। ਦਰਸ਼ਨ ਦੇਖਤ ਸੀਸ ਨਿਵਾਇਓ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਐ ਤੇ ਆਪਣਾ ਸ਼ੀਸ਼ ਮਹਾਰਾਜ ਦੇ ਚਰਨਾਂ ਤੇ ਨਿਵਾਉਣਾ ਕੀਤਾ ਹੈ। ਹਾਥ ਜੋੜ ਕਰ ਬਿਨੈ ਬਖਾਨੀ। ਦੋਵੇਂ ਹੱਥ ਜੋੜੇ ਗੋਂਦੇ ਖੱਤਰੀ ਨੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਹੈ। ਸ਼੍ਰੀ ਗੁਰ ਤੁਮਰੀ ਸਿਫਤ ਮਹਾਨੀ। ਸੱਚੇ ਪਾਤਸ਼ਾਹ ਜੀ, ਅਸੀਂ ਤੁਹਾਡੀ ਸੋਭਾ ਸੁਣੀ ਹੈ ਤੇ ਬੜੀ ਮਹਾਨ ਹੈ। ਸੁਣਤ ਰਹਿਓ ਬਹ ਲੋਕ ਭਨੰਤੇ। ਤੇ ਸੁਣਦੇ ਰਹੀਦਾ ਤੁਹਾਡੀ ਸੋਭਾ, ਕਿਉਂਕਿ ਤੁਹਾਡਾ ਜਸ ਸਾਰੇ ਲੋਕ ਕਰ ਰਹੇ ਹਨ। ਕਰਹਿ ਸਹਾਰ ਕਰਹਿ ਸਰਾਹਨ ਜੇ ਮਤਵੰਤੇ। ਤੇ ਜਿਹੜੇ ਮਤ ਵਾਲੇ ਲੋਕ ਹਨ ਤੁਹਾਡੀ ਬੜੀ ਸਿਫਤ ਸਲਾਘਾ ਕਰਦੇ, ਕਹਿੰਦੇ ਖਡੂਰ ਸਾਹਿਬ ਪੂਰੇ ਗੁਰਾਂ ਦਾ ਵਾਸਾ ਹੈ। ਗੁਪਤ ਪ੍ਰਗਟ ਜਗ ਜੀਵ ਵਿਸਾਲੈ। ਸਤਿਗੁਰੂ ਜੀ, ਤੁਸੀਂ ਗੁਪਤ ਤੇ ਜਿਹੜੇ ਪ੍ਰਗਟ ਸਭ ਜੀਵ ਜਿੰਨੇ ਹਨ, ਜਿੰਨੇ ਗੁਪਤ ਵੈ ਸਭ ਜੀਵ ਸਭ ਤੋਂ ਵੱਡੇ ਹੋ ਆਪ ਜੀ। ਚਾਹੇ ਕੋਈ ਗੁਪਤ ਜਿਹੜੇ ਵੈ ਉਹਨਾਂ ਜੀਵਾਂ ਤੋਂ ਵੀ ਤੇ ਸੰਸਾਰੀ ਸਭ ਜੀਵਾਂ ਤੋਂ ਮਾਰੇ ਤੁਸੀਂ ਵੱਡੇ ਹੋ। ਸਭ ਸਤਿਗੁਰ ਕੀ ਆਇਸ ਚਾਲੈ। ਤੇ ਜਿੰਨੇ ਜੀਵ ਵੱਡਿਆਂ ਤੋਂ ਵੱਡੇ ਮਹਾਰਾਜ ਜੀ ਤੁਹਾਡੀ ਆਗਿਆ ਵਿੱਚ ਚੱਲਦੇ ਹਨ। ਮੇਰੋ ਗ੍ਰਾਮ ਉਜਾੜ ਪਰਿਓ ਹੈ। ਤੇ ਸੱਚੇ ਪਾਤਸ਼ਾਹ ਜੀ, ਜਿਹੜਾ ਮੇਰਾ ਨਗਰ ਹੈ ਉਜਾੜ ਪਿਆ ਹੈ। ਮੇਰਾ ਨਗਰ ਮਹਾਰਾਜ ਵਿਹਲਾ ਪਿਆ ਹੋਇਆ ਹੈ। ਸਰਬ ਭੂਤ ਨੇ ਬਾਸ ਕਰਿਓ ਹੈ। ਤੇ ਉਥੇ ਸਾਰਿਆਂ ਭੂਤਨਿਆਂ ਪ੍ਰੇਤਾਂ ਨੇ ਵਾਸਾ ਕੀਤਾ ਹੋਇਆ ਮੇਰੇ ਨਗਰ ਵਿੱਚ। ਦੇਵ ਜਿਨ ਬਹ ਪ੍ਰੇਤਨ ਜਾਤੀ। ਬੜੀਆਂ ਜਾਤੀਆਂ ਪ੍ਰੇਤਾਂ ਦੀਆਂ, ਜਿਹਦੇ ਵਿੱਚ ਦੇਵ ਜਿਨ ਆਦਿਕ ਹੋਰ ਜਥਾ ਇਹਨਾਂ ਦੀਆਂ ਜਾਤੀਆਂ ਕਿੰਨਰ ਹੁੰਦੇ ਆ, ਪਿਸਾਚ ਹੁੰਦੇ ਆ, ਬੇਤਾਲ ਹੁੰਦੇ ਆ, ਡਾਇਣਾ ਆਦਿਕ ਹੋਰ ਜਿੰਨੀਆਂ ਇਹਨਾਂ ਪ੍ਰੇਤਾਂ ਦੀਆਂ ਜਾਤੀਆਂ ਹਨ। ਸਤਿਗੁਰੂ ਜੀ ਸਾਰਿਆਂ ਨੇ ਮੇਰੇ ਨਗਰ ਵਿੱਚ ਆਣ ਵਾਸਾ ਕੀਤਾ। ਉਜੜਿਆ ਨਗਰ ਮੇਰਾ। ਤਹਾਂ ਕੀਨ ਬਾਸੋ ਉਤਪਾਤੀ। ਤੇ ਇਹ ਉੱਥੇ ਪੈਦਾ ਹੋ ਰਹੇ, ਬੜਾ ਭਾਰੀ ਇਹਨਾਂ ਦਾ ਜੁੰਡਲੀ ਬਣੀ ਤੇ ਇੱਥੇ ਵਾਸਾ ਕੀਤਾ ਹੋਇਆ ਹੈ। ਕੇਤੇ ਲੱਖ ਪ੍ਰੇਤ ਕੋ ਡੇਰੇ। ਕਿੰਨੇ ਕੁ ਦਸੀਏ, ਲੱਖਾਂ ਹੀ ਪ੍ਰੇਤਾਂ ਨੇ ਇੱਥੇ ਮੇਰੇ ਪਿੰਡ ਦੇ ਵਿੱਚ ਆਣ ਡੇਰਾ ਕੀਤਾ ਹੈ। ਫਿਰ ਹੈ ਜਹਾਂ ਕਹਿ ਦੇਸ਼ ਕਨੇਰੇ। ਮਹਾਰਾਜ, ਜਿਹੜੇ ਆਸੇ ਪਾਸੇ ਦੇਸ਼ਾਂ ਦੇ ਸੰਤਰਾਂ ਦੇ ਜਿੰਨੇ ਭੂਤ ਪ੍ਰੇਤ ਸੀਗੇ ਉਹ ਸਾਰੇ ਮੇਰੇ ਪਿੰਡ ਵਿੱਚ ਆਣ ਢੁੱਗੇ ਤੇ ਇੱਥੇ ਹੀ ਵਾਸਾ ਕਰ ਲਿਆ ਹੈ। ਕਰਹਿ ਸਥਿਤੀ ਗ੍ਰਾਮ ਮਮ ਆਏ। ਜੇ ਕੋਈ ਪ੍ਰਾਣੀ ਮੇਰੇ ਇੱਥੇ ਨਗਰ ਵਿੱਚ ਆਉਂਦਾ ਹੈ, ਇਹ ਸਾਰੇ ਪ੍ਰੇਤ ਭੂਤ ਇੱਥੇ ਹੀ ਆ ਕੇ ਟਿਕ ਗਏ ਹਨ। ਨਰ ਕੋ ਤਹ ਬਸਨ ਨਾ ਪਾਏ। ਤੇ ਜੇ ਕੋਈ ਚਾਹੁੰਦਾ ਇਸ ਨਗਰ ਵਿੱਚ ਕੋਈ ਘਰ ਪਾ ਕੇ ਰਹਿਣਾ ਤੇ ਇਹ ਉਹਨੂੰ ਵਸਣ ਨਹੀਂ ਦਿੰਦੇ। ਸਾਰਾ ਪਿੰਡ ਉਜੜਿਆ ਹੋਇਆ। ਜੇ ਕੋਈ ਮੈਂ ਲਿਆ ਕੇ ਪਾਸੋਂ ਕਿਸੇ ਨੂੰ ਵਸਾਉਂਦਾ ਹਾਂ, ਉਹਨੂੰ ਵੀ ਉਜਾੜ ਦਿੰਦੇ ਹਨ। ਦੋਹਰਾ ਕਰਤੇ ਕੰਧ ਉਸਾਰ ਕੈ। ਜੇ ਕੋਈ ਨਵਾਂ ਘਰ ਲਿਆ ਕੇ ਪਾਸਿਓਂ ਬਿਠਾਈ ਦਾ ਵਸਾਉਣ ਵਾਸਤੇ, ਇਹ ਚੌਧਰੀ ਸੀਗਾ ਗੋਂਦਾ ਇਸ ਇਲਾਕੇ ਦਾ, ਤੇ ਜਦੋਂ ਲਿਆ ਕੇ ਬਿਠਾਈ ਦਾ ਕੋਈ ਨਵਾਂ ਘਰ ਵਸਾਉਣ ਵਾਸਤੇ, ਉਹ ਵਿਚਾਰਾ ਘਰ ਆ ਕੇ ਰਹਿਣ ਵਾਸਤੇ ਘਰ ਦੀਆਂ ਜਦੋਂ ਕੰਧਾਂ ਕੱਢਦਾ ਹੈ, ਦਿਨ ਮਹਿ ਨਾ ਮਾਨਵ ਬ੍ਰਿੰਦ। ਤੇ ਉਸ ਸਮੇਂ ਜਿਹੜੇ ਵੈ ਅਸੀਂ ਬੜੇ ਜਿਹੜੇ ਵੈ ਲੈ ਲੈ ਕੇ ਆਂਦੇ ਵੈ, ਦਿਨੇ ਉਹ ਵਿਚਾਰੇ ਕੰਧਾਂ ਕੱਢਦੇ ਆ ਲੋਕ ਆ ਕਰਕੇ ਇੱਥੇ। ਨਿਸ਼ਾ ਪਰ ਢਾਹਤ ਸਕਲ। ਤੇ ਜਦੋਂ ਰਾਤ ਪੈਂਦੀ ਹੈ, ਭੂਤ ਪ੍ਰੇਤ ਉਹ ਸਾਰੀਆਂ ਕੰਧਾਂ ਪੱਟ ਸੁੱਟਦੇ, ਵਸਣ ਨਹੀਂ ਦਿੰਦੇ। ਭੀਮ ਕਰੂਪ ਬਿਲੰਦ। ਜਿਨ੍ਹਾਂ ਦਾ ਭਿਆਨਕ ਬੜਾ ਰੂਪ ਹੈ, ਬੜੇ ਤਾਕਤ ਵਾਲੇ ਹਨ। ਚੌਪਈ ਕਈ ਵਾਰ ਮੈਂ ਆਨ ਬਸਾਏ। ਇਹ ਗੁਰੂ ਜੀ, ਮੈਂ ਕਈ ਵਾਰੀ ਪਾਸੋਂ ਲਿਆ ਕੇ ਲੋਕਾਂ ਨੂੰ ਇੱਥੇ ਵਸਾਉਣਾ ਕੀਤਾ ਹੈ। ਤਰਾਸ ਦੇਤ ਮਾਰਤ ਉਜਰਾਏ। ਇਹ ਕਈਆਂ ਨੂੰ ਮਾਰ ਦਿੰਦੇ ਆ, ਡਰਾਉਂਦੇ ਆ, ਤੇ ਪਿੰਡ ਫਿਰ ਉਹਦਾ ਘਰ ਉਜਾੜ ਦਿੰਦੇ ਹਨ। ਤਹਾਂ ਆਪਣੇ ਚਰਨ ਫਿਰਾਵੋ। ਤੇ ਮਹਾਰਾਜ ਕਿਰਪਾ ਕਰੋ, ਤੁਸੀਂ ਮੇਰੇ ਉਜੜੇ ਨਗਰ ਵਿੱਚ ਆਪਦੇ ਚਰਨ ਪਾਉਣੇ ਕਰੋ, ਕਰਹਾ ਕਿਰਪਾ ਕਰਹਾ ਸੋ ਗ੍ਰਾਮ ਵਸਾਵੋ। ਤਾਂ ਕਿ ਤੁਹਾਡੀ ਕਿਰਪਾ ਹੋ ਜਾਵੇ ਤੇ ਉਹ ਪਿੰਡ ਮੇਰਾ ਜਿਹੜਾ ਵਾ ਜਗ੍ਹਾ ਵਿਹਲੀ ਪਈ ਉੱਥੇ ਨਗਰ ਵਸ ਜਾਵੇ। ਆਪ ਲੇਹੋ ਛਿਤ ਬਾਛਤ ਜੇਤੀ। ਜਿੰਨੀ ਧਰਤੀ ਮਹਾਰਾਜ ਤੁਹਾਨੂੰ ਚਾਹੀਦੀ ਹੈ ਉੱਥੇ ਨਗਰ ਵਸਾਉਣ ਨੂੰ, ਉਨੀ ਧਰਤੀ ਲੈ ਲਵੋ। ਕੋ ਨਾ ਮੁਜਾਹਮ ਹੋਵਹਿ ਤੇਤੀ। ਕੋਈ ਵੀ ਦਾਅਵੇਦਾਰ ਨਹੀਂ ਹੋਵੇਗਾ। ਜਿੰਨੀ ਵੀ ਤੁਸੀਂ ਵਾਲ ਸਕੋ, ਜਿੰਨੀ ਜਿਹੜੀ ਉੱਥੇ ਧਰਤੀ ਜਗ੍ਹਾ ਜ਼ਮੀਨ ਚਾਹੀਦੀ ਹੈ ਲੈ ਲਵੋ। ਇਹੋ ਮਮ ਜਾਚਾ ਪੂਰ ਕਿਰਪਾਲਾ। ਪਰ ਕਿਰਪਾ ਕਰਕੇ ਮੇਰੀ ਜਾਚਕ ਦੀ ਇਹ ਬੇਨਤੀ ਸੁਣੋ ਤੇ ਮੇਰੀ ਅਰਦਾਸ ਪੂਰੀ ਕਰੋ।
ਕਰਹ ਬਸਾਵਨ ਗ੍ਰਾਮ ਬਿਸਾਲਾ। ਕਿ ਮੇਰੀ ਜਿਹੜੀ ਅਰਦਾਸ ਹੈ ਨਗਰ ਵਸਾਓ, ਉੱਥੇ ਜਾ ਕਰਕੇ ਮਹਾਰਾਜ ਮੇਰਾ ਨਗਰ ਵਸਾ ਦਿਓ ਜਿਹੜਾ ਉਜੜਿਆ ਹੈ ਪ੍ਰੇਤਾਂ ਕਾਰਨ। ਸ਼੍ਰੀ ਅੰਗਦ ਸਨ ਬਿਨਤੀ ਐਸੇ। ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਇਸ ਗੋਂਦੇ ਖੱਤਰੀ ਦੀ ਜਦ ਬੇਨਤੀ ਸੁਣੀ ਹੈ, ਬੂਝਿਓ ਭਇਓ ਬਿਰਤਾਂਤ ਸੋ ਕੈਸੇ। ਸੱਚੇ ਪਾਤਸ਼ਾਹ ਜੀ ਪੁੱਛਦੇ ਆ ਗੋਂਦੇ ਕੀ ਗੱਲ ਹੋਈ ਪਈ, ਇਉਂ ਕਿਉਂ ਹੋ ਰਿਹਾ ਹੈ? ਕਬ ਕੋ ਡੇਰਾ ਪ੍ਰੇਤਨ ਪਾਇਓ। ਤੇ ਇਹਨਾਂ ਭੂਤਾਂ ਪ੍ਰੇਤਾਂ ਨੇ ਕਦੋਂ ਕੁ ਦਾ ਡੇਰਾ ਤੇਰੇ ਪਿੰਡ ਵਿੱਚ ਲਾਇਆ ਹੈ? ਕਿਸ ਪ੍ਰਕਾਰ ਪੁਰ ਕੋ ਉਜਰਾਇਓ। ਕਿਉਂ ਕਿਸ ਪ੍ਰਕਾਰ ਤੇਰਾ ਸਾਰਾ ਪਿੰਡ ਕਿਵੇਂ ਉਜੜਿਆ? ਕਦੋਂ ਕੁ ਦੇ ਭੂਤ ਪ੍ਰੇਤ ਇੱਥੇ ਵਸਣ ਲੱਗੇ ਹਨ? ਬੈਠੇ ਸਕਲ ਪ੍ਰਸੰਗ ਸੁਨਾਵਹਾ। ਤੇ ਉਹ ਬੈਠ ਕਰਕੇ ਸਾਡੇ ਪਾਸ ਇਹ ਗੋਂਦੇ ਖੱਤਰੀ ਸਾਰਾ ਮੁੱਢ ਤੋਂ ਪ੍ਰਸੰਗ ਸੁਣਾਉਣਾ ਕਰ। ਮਨ ਬਾਛਤ ਪੁਨ ਗੁਰ ਤੇ ਪਾਵਹਾ। ਤੇ ਜੇਕਰ ਤੂੰ ਝੂਠ ਨਾ ਬੋਲੇਗਾ, ਸਭ ਸੱਚ ਸੱਚ ਦੱਸੇਗਾ, ਤੇ ਮਨ ਚਾਹੁੰਦੀ ਜੋ ਵੀ ਤੇਰੀ ਮਨ ਦੀ ਇੱਛਾ ਪੂਰੀ ਕਰੇਗਾ। ਇਹ ਗੁਰੂ ਨਾਨਕ ਮਹਾਰਾਜ ਦਾ ਘਰ ਹੈ। ਸੁਣ ਸਤਿਗੁਰ ਤੇ ਗੋਂਦਾ ਬੈਸ। ਜਦੋਂ ਸੁਣਿਆ ਸਤਿਗੁਰਾਂ ਪਾਸੋਂ ਤੇਰੀ ਇੱਛਾ ਪੂਰੇਗਾ। ਗੁਰੂ ਨਾਨਕ ਮਹਾਰਾਜ ਦਾ ਘਰ ਤੇ ਗੋਂਦਾ ਖੱਤਰੀ ਹਜੂਰ ਦੇ ਲਾਗੇ ਬਹਿ ਗਿਆ ਹੈ। ਕਹਿਣ ਲੱਗਿਓ ਬਿਰਤਾਂਤ ਜੋ ਹੈ ਸੋ। ਜਿਹੜਾ ਵੀ ਬਿਰਤਾਂਤ ਸਾਰਾ ਸੀ ਨਾ, ਉਹ ਇਸ ਨਗਰ ਦਾ ਉਜੜਨ ਦਾ ਉਹ ਸਾਰਾ ਹੀ ਮੁੱਢੋਂ ਦੱਸਣ ਲੱਗਿਆ ਹੈ। ਸ਼੍ਰੀ ਸਤਿਗੁਰ ਇਮ ਭਇਓ ਪ੍ਰਸੰਗ। ਤੇ ਇਹ ਸੱਚੇ ਪਾਤਸ਼ਾਹ ਜੀ ਸੁਣੋ ਫਿਰ ਜਿਵੇਂ ਜਥਾ ਪ੍ਰਸੰਗ ਹੋਇਆ ਹੈ ਨਗਰ ਦੇ ਉਜੜਨ ਦਾ। ਗੋਂਦਾ ਖੱਤਰੀ ਬੋਲਿਆ ਦੱਸਦਾ ਹੈ, ਝਗੜਾ ਹੁਤੋ ਸ਼ਰੀਕਣ ਸੰਗ। ਇਹ ਜ਼ਮੀਨ ਸੀ ਜਿਹੜੀ ਮਹਾਰਾਜ ਮੇਰਾ ਝਗੜਾ ਸੀ ਆਪਦੇ ਸ਼ਰੀਕੇ ਦੇ ਨਾਲ ਜ਼ਮੀਨ ਦਾ। ਆਪਸ ਮਹਿ ਬਾਦ ਉਠਾਵਾ। ਅਸੀਂ ਸ਼ਰੀਕੇ ਵਿੱਚ ਮੈਂ ਆਪਦੇ ਸ਼ਰੀਕੇ ਦੇ ਨਾਲ ਬੜਾ ਭਾਰੀ ਝਗੜਾ ਕੀਤਾ ਹੈ ਜ਼ਮੀਨ ਕਰਕੇ। ਬਾਹ ਮਿਲ ਭੀ ਨਹਿ ਝਗਰ ਚੁਕਾਵਾ। ਤੇ ਇਸ ਪ੍ਰਕਾਰ ਬੜਾ ਝਗੜਾ ਕੀਤਾ ਪਰ ਸਾਨੂੰ ਤਾਂ ਵੀ ਮਿਲੀ ਨਾ ਇਹ ਜ਼ਮੀਨ। ਦੋਨਾਂ ਦੇਸ਼ ਝਗਰਤ ਚੱਲ ਗਏ। ਤੇ ਜਦੋਂ ਭਾਰੀ ਅਸੀਂ ਦੋਵੇਂ ਸ਼ਰੀਕੇ ਆਪਸ ਵਿੱਚ ਝਗੜਦੇ ਫਿਰ ਅੱਗੇ ਦਿੱਲੀ ਜਾਏ ਪ੍ਰਵੇਸ਼ਤ ਭਏ। ਸਾਡਾ ਪੰਚਾਇਤਾਂ ਪਾਸੋਂ ਜਦੋਂ ਫੈਸਲਾ ਨਾ ਕੋਈ ਨਿਬੜਿਆ ਤੇ ਅਸੀਂ ਫਿਰ ਦਿੱਲੀ ਦਰਬਾਰ ਵਿੱਚ ਪੇਸ਼ ਹੋ ਗਈ ਦੋਵੇਂ ਧਿਰਾਂ ਹੀ। ਤਹਾਂ ਨਿਆਓ ਕੋ ਇਮ ਠਹਿਰਾਇਓ। ਤੇ ਉਥੇ ਬਾਦਸ਼ਾਹ ਵੱਲੋਂ ਤੇ ਮੰਤਰੀਆਂ ਵੱਲੋਂ ਫਿਰ ਇਹ ਨਿਆਂ ਸਾਡੇ ਨਾਲ ਕੀਤਾ ਗਿਆ। ਧਰਮ ਕਰਹਾ ਨਿਜ ਪਦ ਲਿਹੁ ਪਾਇਓ। ਕਹਿੰਦੇ ਭਾਈ ਧਰਮ ਆਪਦਾ ਕਰੋ, ਭਾਵ ਕਿ ਆਪੋ ਆਪਣੇ ਇਸ਼ਟ ਦੀ ਜਿਹਨੂੰ ਮੰਨਦੇ ਹੋ ਧਰਮ ਦੀ ਸਹੁੰ ਖਾ ਲਓ। ਤੇ ਜਿਹੜਾ ਸਹੁੰ ਖਾਵੇਗਾ ਆਪਦੇ ਧਰਮ ਦੀ ਤੇ ਸੱਚੋ ਸੱਚ ਦੱਸੋ ਵੀ ਕਿਹਦੀ ਇਹਦੇ ਵਿੱਚ ਇਕੱਠੀ ਵਿੱਚ ਕਿੰਨੀ ਜ਼ਮੀਨ ਹੈ। ਇਹ ਸਾਰੀ ਇਕੱਠੀ ਜ਼ਮੀਨ ਵਿੱਚ ਕਿਸ ਘਰ ਦੀ ਕਿੰਨੀ ਜ਼ਮੀਨ ਹੈ। ਤਬ ਮੈਂ ਸੁਨ ਕਰ ਹੋਇਆ ਤਿਆਗ ਤਿਆਰ। ਤੇ ਇਹ ਗੋਂਦਾ ਖੱਤਰੀ ਕਹਿੰਦਾ ਮਰ ਜਦੋਂ ਇਹ ਆਖਿਆ ਵੀ ਸਹੁੰ ਖਾਓ ਆਪਦੇ ਇਸ਼ਟ ਦੀ, ਕਿੰਨੀ ਜ਼ਮੀਨ ਕਿਹਦੀ ਤੇ ਕਿੰਨੀ ਕਿਹਦੀ, ਕੋਈ ਝੂਠ ਨਾ ਬੋਲੇ। ਜਦੋਂ ਇਹ ਨਿਆਂ ਦੀ ਗੱਲ ਹੋਈ ਤੇ ਕਹਿੰਦਾ ਮੈਂ ਝੂਠੀ ਸਹੁੰ ਖਾਣ ਵਾਸਤੇ ਝਾਟੀ ਤਿਆਰ ਹੋ ਗਿਆ। ਕੂਰਾ ਧਰਮ ਕੀਣ ਤਿਸ ਬਾਰ। ਤੇ ਮੈਂ ਆਪਦੇ ਜਾਣ ਵਿੱਚ ਪੂਰਾ ਧਰਮੀ ਬਣ ਕੇ ਤੇ ਆਪਦੇ ਇਸ਼ਟ ਧਰਮ ਦੀ ਸਹੁੰ ਖਾਦੀ ਝੂਠੀ। ਜੀਤ ਲੀਨ ਮੈਂ ਝਗੜਾ ਸਾਰੋ। ਉਹਨਾਂ ਵਿਚਾਰਿਆਂ ਨੇ ਫਿਰ ਕੁਝ ਬੋਲੇ ਨਾ ਜਦੋਂ ਮੈਂ ਝੂਠੀ ਸਭਾ ਦੇ ਵਿੱਚ ਸਹੁੰ ਖਾਦੀ। ਤੇ ਬਾਦਸ਼ਾਹ ਨੇ ਉਹ ਸਾਰੇ ਦੀ ਸਾਰੀ ਜ਼ਮੀਨ ਮੈਨੂੰ ਦੇ ਦਿੱਤੀ। ਅਵਨੀ ਲੀਨ ਹਰਖ ਕਰ ਭਾਰੋ। ਤੇ ਮੈਂ ਦਿੱਲੀੋਂ ਖੁਸ਼ ਹੁੰਦਾ ਆਇਆ ਆਪਣੇ ਨਗਰ ਨੂੰ, ਮੈਨੂੰ ਸਾਰੀ ਜ਼ਮੀਨ ਮਿਲ ਗਈ। ਜਦ ਮੈਂ ਆਏ ਵਸਾਵਨ ਕੀਨਾ। ਤੇ ਇੱਥੇ ਆ ਕੇ ਫਿਰ ਜਦੋਂ ਮੈਂ ਵਾਸਾ ਕੀਤਾ ਆਪਦਾ ਘਰ ਪਾਇਆ। ਇਹ ਚੌਧਰੀ ਸੀ ਤੇ ਮੈਂ ਆਪਦਾ ਪਿੰਡ ਬੰਨਣਾ ਚਾਹਿਆ ਕੋਈ ਵੱਖਰਾ। ਭਇਓ ਅਧਰਮ ਪ੍ਰੇਤ ਸਭ ਚੀਨਾ। ਤੇ ਮੈਂ ਅਧਰਮੀ ਸੀ, ਝੂਠੀ ਸਹੁੰ ਖਾਣ ਕਰਕੇ ਇੱਥੇ ਪ੍ਰੇਤਾਂ ਨੇ ਵਾਸਾ ਕਰ ਲਿਆ। ਕਿਉਂਕਿ ਪ੍ਰੇਤ ਜਾਣ ਗਏ ਵੀ ਇੱਥੇ ਇਸ ਜ਼ਮੀਨ ਪਿੱਛੇ ਝੂਠੀ ਸਹੁੰ ਖਾਦੀ ਗਈ ਤੇ ਇੱਥੇ ਭਾਰੀ ਵੱਡਾ ਪਾਪ ਹੋਇਆ ਹੈ। ਚੱਲ ਆਏ ਲਖ ਪਾਪ ਮਹਾਨਾ। ਤੇ ਜਿੱਥੇ ਪਾਪ ਵੱਡਾ ਹੋਇਆ ਹੁੰਦਾ ਉੱਥੇ ਪ੍ਰੇਤ ਚੱਲ ਕੇ ਆਉਂਦੇ ਹਨ ਉਸ ਜ਼ਮੀਨ ਤੇ ਉਹਨਾਂ ਘਰਾਂ ਵਿੱਚ। ਦੇਸ਼ ਦੇਸ਼ ਤੇ ਭੇ ਇੱਕ ਥਾਨਾ। ਕੱਲੇ ਇੱਥੋਂ ਦੇ ਨਹੀਂ ਮਹਾਰਾਜ, ਦੇਸ਼ਾਂ ਤੋਂ ਇਹ ਚੱਲ ਕੇ ਤੇ ਮੇਰੀ ਜ਼ਮੀਨ ਵਿੱਚ ਆਣ ਡੇਰੇ ਲਾਏ। ਸਨੇ ਸਨੇ ਨਰ ਦੀਏ ਉਜਾਰੋ। ਤੇ ਜਿੰਨੇ ਲੋਕ ਇੱਥੇ ਵਸੇ ਸੀ ਉਹਨਾਂ ਇੱਕ ਕਰਕੇ ਸਾਰਾ ਪਿੰਡ ਉਜਾੜ ਕੇ ਰੱਖ ਦਿੱਤਾ। ਆਪ ਆਏ ਕਰ ਬਸੇ ਹਜ਼ਾਰੋਂ। ਪਿੰਡ ਉਜੜ ਗਿਆ, ਲੋਕ ਚਲ ਗਏ ਇੱਥੋਂ ਤੇ ਆਪ ਹਜ਼ਾਰਾਂ ਦੀ ਗਿਣਤੀ ਵਿੱਚ ਆਣ ਕੇ ਇੱਥੇ ਰਹਿਣ ਲੱਗੇ ਹਨ। ਤਿਨ ਡਰਤੇ ਅਬ ਲੋਕ ਨ ਜਾਏ। ਤੇ ਬੜੇ ਲੋਕ ਮਾਰੇ ਇਹਨਾਂ ਨੇ, ਹੁਣ ਕੋਈ ਵੀ ਡਰਦਾ ਹੋਇਆ ਇਸ ਪਿੰਡ ਵਿੱਚ ਵਾਸਾ ਨਹੀਂ ਕਰਦਾ। ਉਜੜਿਆ ਵਿਹਲਾ ਜਗ੍ਹਾ ਪਈ ਹੈ। ਮਹਾ ਪਾਪ ਕਰ ਸੋ ਫਲ ਪਾਏ। ਤੇ ਮਹਾਰਾਜ ਮੈਂ ਵੱਡਾ ਪਾਪ ਕੀਤਾ ਜਿਹੜੀ ਧਰਮ ਦੀ ਸਭਾ ਵਿੱਚ ਝੂਠੀ ਸਹੁੰ ਖਾਦੀ
ਤੇ ਜਿਹਦਾ ਫਲ ਮੈਨੂੰ ਇਹ ਮਿਲਿਆ, ਮੇਰੀ ਉਹ ਜ਼ਮੀਨ ਜਾਇਦਾਦ ਕਿਸੇ ਕੰਮ ਨਹੀਂ ਆਈ, ਨਾ ਵਾਹੁਣ ਯੋਗ ਤੇ ਨਾ ਹੀ ਉੱਥੇ ਕੋਈ ਪਿੰਡ ਵੱਜਦਾ ਹੈ। ਨਹੀਂ ਜਤਨ ਕੋ ਬਿਨਾ ਤੁਮਾਰੇ, ਹੁਣ ਕੋਈ ਮਹਾਰਾਜ ਹੀਲਾ ਯਤਨ ਨਹੀਂ ਹੈ। ਜੇ ਕੁਝ ਕਰ ਸਕਦੇ ਹੋ ਤੇ ਮਹਾਰਾਜ ਤੁਸੀਂ ਕਰ ਸਕਦੇ ਹੋ। ਪਾਵਨ ਥਾਨ ਬਨੈ ਪਗ ਧਾਰੇ, ਮਹਾਰਾਜ ਜੇ ਕਿਤੇ ਤੁਸੀਂ ਉੱਥੇ ਚਰਨ ਪਾਓ ਤੇ ਉਹ ਪ੍ਰੇਤਾਂ ਵਾਲੀ ਜਗ੍ਹਾ ਵੀ ਪਵਿੱਤਰ ਹੋ ਜਾਵੇਗੀ ਤੇ ਸੁੰਦਰ ਸਥਾਨ ਬਣ ਜਾਵੇ। ਸ਼੍ਰੀ ਅੰਗਦ ਤਬ ਹਿਰਦੇ ਵਿਚਾਰੀ, ਇੱਧਰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਗੋਂਦੇ ਖੱਤਰੀ ਦੀ ਬੇਨਤੀ ਸੁਣ ਕੇ ਹਿਰਦੇ ਵਿੱਚ ਇਉਂ ਵਿਚਾਰ ਕੀਤੀ ਹੈ। ਹਮਰੇ ਪੁੱਤਰ ਗਰਭ ਔਰ ਭਾਰੀ, ਮਨ ਵਿੱਚ ਵਿਚਾਰ ਕੀਤੀ ਵੀ ਸਾਡੇ ਦੋ ਪੁੱਤਰ ਦਾਸੂ ਤੇ ਦਾਤੂ ਹਨ, ਜਿਨ੍ਹਾਂ ਦੇ ਅੰਦਰ ਬੜਾ ਭਾਰੀ ਹੰਕਾਰ ਹੈ ਕਹਿਓ ਬਾਕ ਸੋ ਮੰਨਹਿ ਤੇ ਨਾਹੀ, ਸਾਡੀ ਕਹੀ ਹੋਈ ਕੋਈ ਵੀ ਗੱਲ ਇਹ ਮੰਨਦੇ ਨਹੀਂ ਹਨ। ਚਾਹਤ ਗੁਰਤਾ ਹੋਏ ਹਮ ਤੇ ਪਾਹੀ, ਗੱਲ ਮੰਨਦੇ ਨਹੀਂ ਤੇ ਪਰ ਚਾਹੁੰਦੇ ਐ ਵੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਦੀ ਇਹ ਜਿਹੜੀ ਵੈ ਤਖਤ ਉਹ ਸਾਡੇ ਪਾਸ ਹੋਵੇ। ਗੱਲ ਮੰਨਦੇ ਕੋਈ ਨਹੀਂ, ਬਚਨ ਮੰਨਦੇ ਨਹੀਂ, ਪਰ ਇੱਛਾ ਵੱਡੀ ਰੱਖਦੇ ਆ, ਤਖਤ ਮੰਗਦੇ ਹਨ। ਇਹੋ ਸੇਵਕ ਕੀ ਵਸਤੂ ਹੈ, ਪਰ ਇਹ ਨਹੀਂ ਜਾਣਦੇ ਵੀ ਜਿਹੜੀ ਇਹ ਵਸਤੂ ਹੈ ਤਾਂ ਹੁਣ ਸੇਵਕ ਸਾਡੇ ਸੇਵਕ ਗੁਰੂ ਅਮਰਦਾਸ ਦੀ ਹੋ ਗਈ ਹੈ, ਰਹਿ ਅਨੁਸਾਰ ਸੇਵ ਕਰ ਲਹੈ। ਕਿਉਂਕਿ ਇਹ ਤਖਤ ਉਹ ਲੈ ਸਕਦਾ ਜਿਹੜਾ ਅਨਸਾਰੀ ਰਵੇ ਇਸ ਤਖਤ ਦੇ ਤੇ ਬੜੀ ਭਾਰੀ ਸੇਵਾ ਕਰੇ। ਸੇਵਾ ਦੇ ਵਿੱਚੋਂ ਹੀ ਇਹ ਤਖਤ ਸਾਨੂੰ ਮਿਲਿਆ ਸੀ, ਅੱਗੇ ਸੇਵਾ ਵਿੱਚ ਹੀ ਜਾਵੇਗਾ। ਸ੍ਰੀ ਅਮਰ ਸੋ ਇਰਖਾ ਠਾਨੈ, ਤੇ ਇਹ ਕੀ ਹੈ ਵੀ ਸਾਡੇ ਪੁੱਤਰ ਦਾਸੂ ਤੇ ਦਾਤੂ ਦੋਵੇਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨਾਲ ਹੁਣ ਈਰਖਾ ਕਰਿਆ ਕਰਨਗੇ। ਆਪਣੇ ਮਹਿ ਕਛ ਦੋਸ਼ ਨ ਜਾਣੈ, ਆਪ ਦੇ ਵਿੱਚ ਨਹੀਂ ਉਹਨ ਦੋਸ਼ ਜਾਣਦੇ ਵੀ ਸਾਨੂੰ ਤਖਤ ਤਾਂ ਨਹੀਂ ਦੇ ਰਿਹਾ ਗੁਰੂ ਅੰਗਦ ਪਾਤਸ਼ਾਹ ਜੀ ਕਿ ਅਸੀਂ ਸੇਵਾ ਨਹੀਂ ਕਰਦੇ ਤੇ ਹੰਕਾਰੀ ਹਾਂ, ਨੱਕਾ ਭੰਨ ਕੇ ਦੂਰਾ ਨਹੀਂ ਕਰਦੇ, ਗੁਰੂ ਘਰ ਬੈਠ ਕੇ ਆਨੰਦ ਲੈਂਦੇ ਹਾਂ। ਇਹ ਆਪਦੇ ਹਿਰਦੇ ਵਿੱਚ ਆਪਦੀ ਗਲਤੀ ਨਹੀਂ ਮੰਨਦੇ ਦਾਸੂ ਤੇ ਦਾਤੂ, ਉਲਟਾ ਸ਼੍ਰੀ ਅਮਰਦਾਸ ਜੀ ਦੇ ਨਾਲ ਈਰਖਾ ਕਰਦੇ ਹਨ। ਅਪਰ ਸਿੱਖ ਭੀ ਚਾਹਤ ਕੇਈ, ਬਾਕੀ ਹੋਰ ਵੀ ਸਿੱਖ ਜਿਹੜੇ ਹਨ ਦਾਸੂ ਕੇ ਪੱਖੀ ਹੈ ਜੇਈ, ਜਿਹੜੇ ਦਾਸੂ ਵਰਗਿਆਂ ਦੇ ਉਹ ਹੈਨ ਚੇਲੇ ਚਪਟੇ ਤੇ ਮਹਾਰਾਜ ਕਹਿੰਦੇ ਉਹ ਵੀ ਇੱਛਾ ਕਰਦੇ ਆ ਵੀ ਦਾਸੂ ਨੂੰ ਮਿਲ ਜਾਵੇ ਇਹ ਗੁਰਤਾ ਤਖਤ। ਜਾਂ ਤੇ ਅਬ ਸਭਿਨ ਕੇ ਮਾਹੀ, ਇਸ ਕਰਕੇ ਮਹਾਰਾਜ ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਹੁਣ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਕੋਈ ਇਹ ਦਾਸੂ ਹੈ, ਭਾਈ ਦਾਤੂ ਹੈ, ਨਾਲ ਨਾਲ ਹੀ ਇਹਨਾਂ ਦੇ ਜਿਹੜੇ ਰੱਖੇ ਹੋਏ ਅੱਗੇ ਚੇਲੇ ਚਪਟੇ ਤੇ ਜਿੰਨੀ ਸਾਰੀ ਸੰਗਤ ਹੈ, ਸਾਰਿਆਂ ਦੇ ਵਿੱਚ ਪਰਖ ਦਿਖਾਵਹਿ ਉਚਿਤ ਸੋ ਨਾਹੀ, ਅਸੀਂ ਕਹਿੰਦੇ ਵੈ ਕਿ ਹੁਣ ਪਰਖ ਦਿਖਾਵਾਂਗੇ, ਪਰਖ ਕੇ ਦਿਖਾ ਦੇਵਾਂਗੇ ਵੀ ਜਿਹੜੇ ਦਾਸੂ ਤੇ ਦਾਤੂ ਇਹ ਉਚਿਤ ਨਹੀਂ, ਗੁਰਤਾ ਤਖਤ ਤੇ ਬਹਿਣ ਦੇ ਯੋਗ ਨਹੀਂ ਹਨ। ਅਸੀਂ ਪਰਖ ਕੇ ਦੱਸ ਦੇਵਾਂਗੇ, ਸਭ ਨੂੰ ਸਾਹਮਣੇ ਵਿਖਾ ਦੇਵਾਂਗੇ। ਇਮ ਵਿਚਾਰ ਸ਼੍ਰੀ ਅੰਗਦ ਠਾਨਾ, ਇਹ ਹਿਰਦੇ ਵਿੱਚ ਵਿਚਾਰ ਕੀਤੀ ਤੇ ਗੁਰੂ ਅੰਗਦ ਪਾਤਸ਼ਾਹ ਜੀ ਬੋਲੇ ਆ,